आपके घर में मेहमान बनकर आने वाला शख्स आपके लिए इतना खतरनाक भी हो सकता है। 25 साल नौजवान ने 14 साल की लड़की को झांसे में लाकर घर से भगा लिया। माँ और 3 बहनें अपनी बेटी के लिए दर दर की ठोकरें खा रही हैं, मगर मजाल है बेटी का पता चल सके। बिस्मिल्लाहिर्रहमानिर्रहीम, अस्सलाम वालेकुम। आप देख रहे हैं मेरा पाकिस्तान और मैं हूँ आपका होस्ट हारिस भट्टी। ये मुतासरा फैमिली मेरे साथ मौजूद है। ये 3 छोटी छोटी बहनें और इनकी वालिदा मेरे साथ मौजूद हैं। इनकी बड़ी बेटी जिसकी उम्र 14 साल 8 माह है, नौजवान घर में आते हैं, किसी तरीके से इनको झांसी में देकर कहीं छोड़ आता है और उसके बाद इनकी जवान बेटी को किस तरह वो भगा कर लेके जाते हैं। जिस नौजवान ने इनकी बड़ी बेटी को अपने साथ भगाया और ये तासुर पैदा करने की कोशिश की जा रही है कि निकाह कर लिया है, उसकी उम्र 25 साल है, बच्ची की उम्र 14 साल 8 महीने है। हाँ जी, कितने बच्ची ताड़ी कौन लेके गया? बई ਉਹ ਵੀ ਮੇਰੇ ਘਰ ਜਾਜ਼ ਮੁੰਡਾ ਹੁੰਦਾ ਹੈਗਾ ਸੀ ਤੇ ਮੈਨੂੰ ਸਵੇਰ ਉਹਨੇ ਫੋਨ ਕੀਤਾ, ਕਹਿੰਦਾ ਆਂਟੀ ਬਰਕੀ ਚੱਲ ਗਈ। ਕੌਣ ਸੀ ਤੁਹਾਡੇ ਘਰ? ਵੀ ਐਡੀ ਰਿਸ਼ਤੇਦਾਰੀ ਵੀ ਕੋਈ ਨਹੀਂ ਹੈਗੀ, ਵੀ ਮੇਰਾ ਮੀਆਂ ਬਿਮਾਰ ਹੈਗਾ ਸੀ, ਉਹਦੀ ਲੱਤ ਦਾ ਮਸਲਾ ਨਾਲ ਟੀਵੀ ਹੋ ਗਈ ਸੀ। ਉਸ ਵਜ੍ਹਾ ਤੋਂ ਵੀ ਕਿਹੜਾ ਉਹਦਾ ਮੁੰਡੇ ਦੀ ਮਾਂ ਹੈਗੀ ਸੀ, ਉਹਨੇ ਮੇਰੇ ਬੰਦੇ ਦਾ ਕਿਹੜਾ ਫੁੱਫੀ ਦਾ ਪੁੱਤਰ ਹੈਗਾ ਸੀ, ਉਹ ਕੀਤਾ ਹੈਗਾ। ਉਹਦੀ ਵੇ ਤੋਂ ਸਾਡੀ ਵੀ ਰਿਸ਼ਤੇਦਾਰੀ ਹੈ, ਮੁੰਡੇ ਦੇ ਨਾਲ ਕੋਈ ਰਿਸ਼ਤੇਦਾਰੀ ਕੋਈ ਨਹੀਂ ਹੈਗੀ। ਕਿਹੜਾ ਉਹਦਾ ਬੰਦਾ ਕੀਤਾ ਨਾ ਹੁਣ ਉਹਦੀ ਅੰਮੀ ਨੇ, ਉਹਦੀ ਵੇ ਤੋਂ ਸਾਡੀ ਰਿਸ਼ਤੇਦਾਰੀ ਹੈਗੀ ਹੈ ਤੇ ਲੇਕਿਨ ਮੁੰਡੇ ਨਾਲ ਕੋਈ ਰਿਸ਼ਤੇਦਾਰੀ ਕੋਈ ਨਹੀਂ ਹੈਗੀ। ਤੇ ਉਹਦੀ ਅੰਮੀ ਮੇਰੇ ਘਰ ਆਈ ਤੇ ਕਹਿੰਦੀ ਤੁਸੀਂ ਇਹਨੂੰ ਦਾਖਲ ਕਰਵਾਵੋ। ਮੈਂ ਕਿਹਾ ਮੇਰੇ ਕੋਲ ਇੰਨੀ ਗੁੰਜਾਇਸ਼ ਕੋਈ ਨਹੀਂ, ਮੈਂ ਦਾਖਲ ਨਹੀਂ ਕਰਵਾ ਸਕਦੀ। ਉਹਦਾ ਅੱਬੂ ਆਣ ਕੇ ਲੜਿਆ ਹੈਗਾ, ਕਿਹੜਾ ਮੇਰੇ ਬੰਦੇ ਦਾ ਫੁੱਫੀ ਦਾ ਪੁੱਤਰ ਹੈਗਾ, ਉਹ ਜਾਜ਼ ਦਾ ਪਿਓ ਹੋਏਗਾ ਆ ਪੱਪੂ। ਉਹਨੇ ਕਿਹਾ ਵੀ ਤੂੰ ਉਹਨੂੰ ਦਾਖਲ ਕਿਉਂ ਨਹੀਂ ਕਰਵਾਉਂਦੀ? ਮੈਂ ਕਿਹਾ ਮੈਂ ਨਹੀਂ ਕਰਵਾ ਸਕਦੀ, ਮੇਰੇ ਕੋਲ ਨਹੀਂ ਪੈਸੇ ਹੈਗੇ, ਮੇਰੇ ਕਿਰਾਏ ਬਿੱਲ ਉੱਤੇ ਸਿਰ ਤੇ ਚੜੇ ਹੈਗੇ। ਉਹਨੇ ਕਿਹਾ ਤੂੰ ਕਰਵਾਉਂਦੀ ਨੂੰ ਘਰ ਪਾ ਕੇ ਮਾਰਨਾ ਹੈਗਾ। ਮੈਂ ਕਿਹਾ ਮੇਰੇ ਨਾਲ ਕੋਈ ਜਾਣਨ ਵਾਲਾ ਵੀ ਕੋਈ ਨਹੀਂ ਹੈਗਾ। ਤੇ ਉਹਨੇ ਕਿਹਾ ਕਿੱਥੇ ਕਰਵਾਉਣਾ ਸੀ? ਵੀ ਜਨਰਲ ਹਸਪੀਟਲ। ਬੱਚੀ ਨੂੰ ਮਸਲਾ ਸੀ? ਨਹੀਂ ਮੀਆਂ ਮੇਰੇ ਨੂੰ। ਅੱਛਾ, ਤੁਹਾਡੇ ਸ਼ੋਹਰ ਨੂੰ? ਹਾਂਜੀ, ਟੀਵੀ ਹੋ ਗਈ ਤੇ ਨਾਲ ਲੱਤ ਟੁੱਟੀ ਹੁੰਦੀ ਤੇ ਉਹਦਾ ਮਸਲਾ ਬਣ ਗਿਆ ਸੀ ਜ਼ਿਆਦਾ। ਅੱਛਾ। ਉਸ ਤੋਂ ਬਾਅਦ ਉਹਦੀ ਮਾਂ ਮੇਰੇ ਘਰ ਆਈ ਤੇ ਕਹਿੰਦੀ ਵੀ ਤੂੰ ਇੰਜ ਕਰ ਗੁੱਡਾ ਵੀ ਜਾਦ ਨੂੰ ਮੇਰੇ ਨਾਲ ਆਪਣੇ ਨਾਲ ਲੈ ਜਾ ਕਰ ਹਸਪੀਟਲ। ਤੇ ਮੈਂ ਕਿਹਾ ਨਹੀਂ ਮੇਰੇ ਕੋਲ ਗੁੰਜਾਇਸ਼ ਨਹੀਂ, ਮੈਂ ਕਿਰਾਇਆ ਭਾੜਾ ਮੈਂ ਕਿੱਥੋਂ ਲਾਵਾਂਗੀ। ਉਹਨੇ ਕਿਹਾ ਆਪੇ ਤੈਨੂੰ ਅੱਲਾ ਦੇ ਦੇਗਾ। ਉਸ ਤੋਂ ਬਾਅਦ 2 ਮਹੀਨੇ ਮੇਰੇ ਨਾਲ ਜਾਦ ਮੁੰਡਾ ਹਸਪੀਟਲ ਆਉਂਦਾ ਜਾਂਦਾ ਰਿਹਾ ਹੈਗਾ। ਉਹਦੀ ਵੇ ਤੋਂ ਮੇਰੇ ਘਰ ਆਣ ਜਾਣ ਦਾ ਹੋ ਗਿਆ। ਅੱਛਾ। ਉਹਦੀ ਅੰਮੀ ਨੇ ਕਿਹਾ ਵੀ ਆਪਣੇ ਘਰੋਂ ਡੱਕ। ਮੈਂ ਕਿਹਾ ਵੀ ਤੇਰਾ ਪੁੱਤਰ ਹੈਗਾ, ਤੂੰ ਆਪਣਾ ਡੱਕ ਲਾ, ਮੈਂ ਉਹਦੀ ਕੋਈ ਕਮਾਈ ਖਾਣੀ ਹੈਗੀ ਹੈ, ਮੈਨੂੰ ਕੋਈ ਭਾਰ ਨਹੀਂ ਹੈਗਾ। ਵੀ ਉਹਨੇ ਮੇਰੇ ਮੀਆਂ ਨੇ ਵੀ ਕਿਹਾ ਹੈਗਾ ਆ ਵੀ ਤੂੰ ਜਾਦ ਪੁੱਤਰ ਮੈਂ ਘਰ ਆ ਗਿਆ ਤਾਂ ਤੂੰ ਮੇਰੇ ਘਰ ਨੂੰ ਹੁਣ ਨਾ ਆਇਆ ਕਰ। ਉਸ ਤੋਂ ਬਾਅਦ ਆਉਂਦਾ ਜਾਂਦਾ ਰਿਹਾ ਹੈਗਾ, ਉਹ ਨਹੀਂ ਹਟਿਆ ਹੈਗਾ। ਬੰਦਾ ਮੇਰੇ ਨਾਲ ਲੜਦਾ ਲੁੜਦਾ ਰਿਹਾ ਹੈਗਾ। ਮੈਂ ਕਿਹਾ ਚੱਲ ਪੁੱਤਰਾਂ ਵਰਗਾ, ਮੈਂ ਕਿਹਾ ਮੇਰਾ ਵੀ ਪੁੱਤਰ ਹੈਗਾ, ਉਹਦਾ ਹੀ ਹੈਗਾ ਸੀ। ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਆ ਜਾਂਦਾ ਸਾਡੇ ਕੋਲ ਰੋਟੀ ਪਾਣੀ ਖਾਈ ਜਾਂਦਾ, ਫਿਰ ਕਿਹੜੀ ਗੱਲ ਹੈਗੀ। ਮੈਂ ਤੁਹਾਡੀ ਬੱਚੀ ਨੂੰ ਕਿਸ ਤਰ੍ਹਾਂ ਲੈ ਕੇ ਗਿਆ, ਤੁਹਾਨੂੰ ਕਿਸ ਤਰ੍ਹਾਂ ਉਹਨੇ ਆਪਣੇ ਜਾਂਸੇ ਚ ਲਿਆ? ਵੀ ਇਸ ਤਰ੍ਹਾਂ ਬਰਕੀ ਛੱਡਿਆ ਨਾ ਮੈਨੂੰ ਜਾ ਕੇ ਉੱਥੇ ਵਾਪਸ, ਵੀ ਉਹ ਭੱਠੇ ਤੇ ਆ ਗਿਆ ਹੈਗਾ। ਭੱਠੇ ਤੋਂ ਘਰੋਂ ਆਣ ਕੇ ਲੈ ਗਿਆ। ਤੇ ਮੇਰਾ ਅਲੀ ਹੈਦਰ ਬੇਟਾ ਘਰ ਹੋਏਗਾ ਸੀ 6 ਸਾਲ ਦਾ। ਉਹਨੇ ਕਿਹਾ ਮੈਂ ਕੰਮ ਤੇ ਚਲੇਗੀ 5 ਵਜੇ ਤੋਂ ਰੱਖ ਕੇ 10 ਵਜੇ ਮੈਂ ਘਰ ਹੀ ਤੇ ਬੱਚੀ ਨੂੰ ਵੇਖਿਆ, ਮੈਂ ਘਰ ਬੱਚੀ ਕੋਲ ਨਹੀਂ ਹੈਗੀ। ਬੱਚੀ ਨੇ ਤੁਹਾਨੂੰ ਦੱਸਿਆ ਸੀ ਜਾਂ ਬੱਚੀ? ਨਹੀਂ, ਕੋਈ ਰਾਬਤਾ ਨਹੀਂ। ਨਹੀਂ ਇਹ ਚੀਜ਼ ਦਾ ਮੈਨੂੰ ਨਹੀਂ ਪਤਾ ਹੈਗਾ। ਤੇ ਬੱਚੀ ਹੈ ਕਿੱਥੇ ਰਹੀ? ਬੱਚੀ ਦਾ ਮੈਨੂੰ ਇਹ ਪਤਾ ਹੀ ਨਹੀਂ ਹੈਗਾ। ਤੇ ਅਲੀ ਹੈਦਰ ਨੂੰ ਮੈਂ ਪੁੱਛਿਆ, ਮੈਂ ਕਿਹਾ ਹੈਦਰ ਵੀ ਆਪੇ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਰਜ਼ਾਮੰਦੀ ਹੈ ਜਾਂ ਵੀ ਉਹਨਾਂ ਨੇ ਮੇਰੇ ਕੋਲ ਰਿਸ਼ਤਾ ਮੰਗਿਆ ਸੀ ਨਾ ਉਹਨਾਂ ਨੇ ਮੇਰੇ ਕੋਲੋਂ। ਤੇ ਮੈਂ ਕਿਹਾ ਮੇਰੀ ਬੱਚੀ ਦੀ ਉਮਰ ਨਹੀਂ ਹੈਗੀ 14, ਵੀ ਇੰਨੀ ਉਮਰ ਨਹੀਂ ਹੈਗੀ 14 ਸਾਲਾਂ ਦੀ ਮੇਰੀ ਬੱਚੀ। ਤੁਹਾਡੇ ਮੁੰਡੇ ਦੀ 25-26 ਸਾਲ ਹੈਗੇ ਤੇ ਮੈਂ ਰਿਸ਼ਤਾ ਕਰਨਾ ਹੀ ਨਹੀਂ ਹੈਗਾ। ਮੈਂ 5-6 ਸਾਲ ਖਲੋ ਕੇ ਫਿਰ ਮੈਂ ਬੱਚੀ ਆਪਣੇ ਦਾ ਰਿਸ਼ਤਾ ਕਰਾਂਗੀ, ਘਰ ਬੂਆ ਵੇਖ ਕੇ ਮੈਂ ਕੋਈ। ਮੈਂ ਕਿਹਾ ਮੀਆਂ ਮੇਰਾ ਉੱਤੇ ਪਿਸ਼ਾਬ ਕਰਦਾ ਤੇ ਮੈਂ ਨਹੀਂ ਵੀ। ਫਿਰ ਉਸ ਤੋਂ ਬਾਅਦ ਉਹਦੀ ਅੰਮੀ ਨੇ ਕਿਹਾ ਹੈਗਾ ਵੀ ਤੂੰ 20,000 ਰੁਪਇਆ ਲੈ ਕੇ ਨਾ ਮੇਰੇ ਕੋਲ ਤੂੰ ਬੱਚੀ ਦਾ ਰਿਸ਼ਤਾ ਕਰ ਲਾ। ਉਹਦੇ ਪਿਓ ਨੇ ਪੱਪੂ ਨੇ ਮੁੰਡੇ ਦੀ ਅੰਮੀ ਨੇ ਫਿਰ ਉਹਦੇ ਬੰਦੇ ਨੇ ਪੱਪੂ ਨੇ ਘਰ ਬੁਲਾਇਆ। ਉਹਨੇ ਕਿਹਾ ਗੁੱਡਾ ਤੂੰ ਇੰਜ ਕਰ ਵੀ ਮੈਨੂੰ ਸਾਨੂੰ ਰਿਸ਼ਤਾ ਦੇ ਦੇ, ਅੱਲਾ ਵਾਸਤੇ ਸਾਨੂੰ ਰਿਸ਼ਤਾ ਦੇ ਦੇ। ਮੈਂ ਕਿਹਾ ਭਾਈ ਨੇ ਮੇਰੀ ਬੱਚੀ ਦੀ ਉਮਰ ਕੋਈ ਨਹੀਂ ਹੈਗੀ, ਤੁਹਾਡੇ ਮੁੰਡੇ ਦੀ ਹੈਗੀ 24-25 ਸਾਲ ਉਮਰ ਹੈਗੀ ਆ। ਤੇ ਨਾਲ ਮੈਂ ਹਜੇ ਕਰਨਾ ਹੀ ਨਹੀਂ ਹੈਗਾ। ਮੈਂ 5-6 ਸਾਲ ਖਲੋ ਕੇ ਫਿਰ ਮੈਂ ਆਪਣੀ ਬੱਚੀ ਦਾ ਕਰਨਾ ਹੈਗਾ, ਵਰਨਾ ਮੈਂ ਹਾਲੇ ਨਹੀਂ ਕਰਨਾ ਹੈਗਾ। ਹਾਂਜੀ, ਇਸ ਟਾਈਮ ਬੱਚੀ ਕਿੱਧਰ ਹੈ? ਬੱਚੀ ਇਸ ਟਾਈਮ ਫਿਰ ਉਸ ਤੋਂ ਮੈਂ ਕਦੋਂ ਬੱਚੀ ਚਲੇਗੀ ਰਾਤ ਨੂੰ 23 ਤਰੀਕ ਨੂੰ। ਉਸ ਤੋਂ ਬਾਅਦ ਅਗਲੇ ਦਿਨ ਮੈਂ ਜਾ ਕੇ ਹਾਂਜੀ ਅੱਛਾ ਜਾ ਕੇ ਮੈਂ ਚੌਂਕੀ ਜਾ ਕੇ ਦਰਖਾਸਤ ਦੇ ਕੇ ਆਈ। ਦਰਖਾਸਤ ਜਾ ਕੇ CPO ਮੈਂ ਆਪਣੀ ਦਰਖਾਸਤ ਦੇ ਕੇ ਆਈ। ਮੈਂ ਕਿਹਾ ਇਸ ਤਰ੍ਹਾਂ ਵੀ ਮੁੰਡਾ ਮੇਰੇ ਘਰ ਆਉਂਦਾ ਜਾਂਦਾ ਹੈਗਾ ਸੀ, ਵੀ ਉਹਨਾਂ ਨੇ ਮੇਰੇ ਕੋਲ ਰਿਸ਼ਤਾ ਹੀ ਮੰਗਿਆ ਤੇ ਮੈਂ ਰਿਸ਼ਤੇ ਵੱਲੋਂ ਨਕਾਰੀ ਕੀਤੀ, ਮੈਂ ਰਿਸ਼ਤਾ ਨਹੀਂ ਕਰਨਾ ਹੈਗਾ। ਉਹਦੀ ਮਾਂ 2 ਨੰਬਰ ਹੈਗੀ ਹੈ, ਚੱਲਦੀ ਹੈਗੀ। ਮੈਂ ਕਿਹਾ ਮੇਰੇ ਬੰਦੇ ਉਹ ਬਾਰੇ 'ਚ ਨਹੀਂ ਹੈਗੇ, ਮੈਂ ਭਲਾ ਮਾਨਸ ਸੀ, ਮੈਂ ਰਿਸ਼ਤਾ ਉਹਨਾਂ ਨੂੰ ਦੇਣਾ ਹੀ ਨਹੀਂ ਹੈਗਾ। ਸ਼ੁਰੂ ਤੋਂ ਮੇਰੀ ਇਹੋ ਆਵਾਜ਼ ਸੀ ਮੈਂ ਰਿਸ਼ਤਾ ਦੇਣਾ ਨਹੀਂ ਹੈਗਾ। ਮੈਂ ਆਪਣੇ ਭਾਈਆਂ ਨੂੰ ਵੀ ਗੱਲ ਕੀਤਾ ਵੀ ਇਹਦੀ ਅੰਮੀ ਨੇ ਰਿਸ਼ਤਾ ਮੰਗਿਆ ਤੇ ਮੈਂ ਨਹੀਂ ਕਰਨਾ ਹੈਗਾ। ਉਸ ਤੋਂ ਬਾਅਦ ਮੈਂ ਦਰਖਾਸਤ ਦੇ ਕੇ ਆਈ। ਦਰਖਾਸਤ ਦੇ ਦੂ ਕੇ ਸਾਰੇ ਵੀ ਉਹ ਸਾਈਨ ਕਰਨ ਵਾਲੇ ਹੈਗੇ ਸੀ ਮੇਰੇ, ਕਰਵਾ ਕੇ ਤੇ ਮੈਂ ਕਾਗਜ਼ ਮੇਰੇ ਇੱਥੇ ਆ ਗਏ ਸੀ ਰਾਣੇ ਅਸਲਮ ਕੋਲ। ਰਾਣੇ ਅਸਲਮ ਨਾਲ ਗੱਲ ਕੀਤੀ। ਮੈਂ ਕਿਹਾ ਭਾਈ ਨੇ ਵੀ ਮੇਰੀ ਗੱਲ ਸੁਣ, ਮੇਰੀ ਹੁੰਦੀ ਪਈ ਸੁਲਾ, ਠੀਕ ਹੈ ਤੂੰ ਬੱਚੀ ਤੁਸੀਂ ਸੁਲਾ ਬਿਨਾਂ ਤੇ ਕਰ ਰਹੇ ਹੋ ਕਿ ਬੱਚੀ ਰੱਖ ਲੈਣੋ, ਇਹ ਬੱਚੀ ਲੈਣਾ ਚਾਹ ਰਹੇ ਹੋ? ਮੈਂ ਬੱਚੀ ਵਾਪਸ ਲੈਣੀ ਹੈਗੀ ਹੈ। ਰਾਣੇ ਅਸਲਮ ਨੂੰ ਇਹ ਕਿਹਾ, ਮੈਂ ਕਿਹਾ ਵੀ ਤੈਨੂੰ ਮੈਂ ਮੁੰਡਾ ਸ਼ਾਮ ਨੂੰ ਫੜਾਉਣੀ ਹੈ ਤੇ ਤੂੰ ਬੱਚੀ ਮੈਨੂੰ ਵਾਪਸ ਦੇਵੇਂਗਾ। ਉਹਨੇ ਕਿਹਾ ਬਾਜੀ ਤੂੰ ਇਸ ਤਰ੍ਹਾਂ ਕਰ ਵੀ ਤੂੰ ਕੇਸ ਮੈਨੂੰ ਦੇ ਦੇ। ਰਾਣੇ ਅਸਲਮ ਨੇ ਕਿਹਾ ਰੇ ਬਜ਼ਾਰੇਗਾ।
ਉਹਨੇ ਕਿਹਾ ਵੀ ਤੂੰ ਬੱਚੀ ਤੈਨੂੰ ਵਾਪਸ ਮਿਲ ਜਾਏ, ਕਿਹੜਾ ਮੁੰਡਾ ਹੈਗਾ ਉਹ ਜੇਲ੍ਹ 'ਚ ਅਸੀਂ ਕਰਾਂਗੇ। ਮੈਂ ਫਿਰ ਕਿਹਾ, ਮੈਂ ਕਿਹਾ ਭਾਏ ਨਾ ਵੀ ਵੇ ਮੁੰਡੇ ਨਾਲ ਤੁਸੀਂ ਗੱਲ ਕੀਤੀ ਹੈ ਕੋਈ? ਨਹੀਂ, ਮੁੰਡੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ ਮੈਂ। ਤੁਹਾਨੂੰ ਮਿਲਿਆ ਵੀ ਨਹੀਂ? ਨਹੀਂ ਮਿਲਿਆ ਵੀ ਨਹੀਂ, ਮੇਰੇ ਘਰ ਬੁਲਾਇਆ ਅਸੀਂ। ਅੱਛਾ, ਕਿ ਆਗੇ ਮੇਰੇ ਕੋਲ ਹਾਂਜੀ, ਮੇਰੇ ਕੋਲ ਰਿਸ਼ਤੇਦਾਰ ਹੈਗੇ ਸੀ, ਉਹ ਵਿੱਚ ਪੈ ਗਿਆ ਸੀ। ਉਹਨੇ ਕਿਹਾ ਗੁੱਡਾ ਤੂੰ ਇੰਜ ਕਰ, ਜੋ ਕਰਨਾ ਸੀ ਕਰ ਲਿਆ ਹੈਗਾ। ਰਜ਼ਾਮੰਦੀ ਨਾਲ ਕਰ। ਹਾਂਜੀ, ਤੇ ਫਿਰ ਮੈਂ ਉਸ ਤੋਂ ਬਾਅਦ ਮੈਨੂੰ ਇਹ ਹੈਗਾ ਸੀ ਵੀ ਕੋਈ ਮੇਰੇ ਘਰ ਮੈਂ ਇਹਨਾਂ ਨੂੰ ਇਹੋ ਕਹਾਂਗੀ ਵੀ ਬੱਚੀ ਦਾ ਮਹੀਨਾ ਹੋ ਗਿਆ ਤਾਂ ਪਤਾ ਕੋਈ ਨਹੀਂ ਹੈਗਾ। ਉਹ ਮਾਂ ਪਿਓ ਦਾ ਕਹਿੰਦਾ ਵੀ ਸਾਨੂੰ ਪਤਾ ਹੀ ਨਹੀਂ ਹੈਗਾ ਕਿੱਥੇ ਗਿਆ ਕਿੱਥੇ ਲੈ ਕੇ। ਮੈਂ ਕਿਹਾ ਚਲੋ ਠੀਕ ਹੈ, ਮੈਂ ਸੁਲਾਹ ਕਰ ਲੈਂਦੀ ਹੈਗੀ। ਮੈਂ ਸੁਬਹਾਨੇ ਨਾਲ ਉਹਨੂੰ ਬੁਲਾਇਆ ਘਰ ਵੀ ਚਲੋ ਮੈਂ ਸੁਲਾਹ ਕਰਦੀ ਹਾਂ ਤੇ ਮੈਂ ਬੱਚੀ ਤੋਰ ਦੇਂਗੇ। ਮੈਂ ਥਾਣੇ ਤਲਾਹ ਦੇਤੀ, ਮੈਂ ਕਿਹਾ ਇੰਨੇ ਵੇ ਸਾਡੇ ਘਰ ਆਉਣਾ ਮੁੰਡੇ ਨੇ ਲੈ ਕੇ ਤੇ ਤੁਸੀਂ ਮੁੰਡਾ ਫੜ ਕੇ ਲਾਈਏ ਨਾ। ਤੇ ਉਹਨੇ ਰਾਣੇ ਅਸਲਮ ਨੂੰ ਕਿਹਾ, ਮੈਂ ਕਿਹਾ ਬੱਚੀ ਤੂੰ ਮੈਨੂੰ ਵਾਪਸ ਦੇ ਦੇਂਗਾ? ਉਹਨੇ ਕਿਹਾ ਹਾਂ ਬੱਚੀ ਤੇਰੀ ਬੱਚੀ ਤੈਨੂੰ ਵਾਪਸ ਮਿਲੇਗੀ ਤੈਨੂੰ। ਮੈਂ ਫਿਰ ਉਹਨੂੰ ਕਿਹਾ ਰਾਣੇ ਅਸਲਮ, ਮੈਂ ਕਿਹਾ ਭਾਈ ਨੇ ਵੀ ਵੇਖ ਲੈ ਵੀ ਬੱਚੀ ਮੈਨੂੰ ਵਾਪਸ ਮਿਲ ਜਾਵੇਗੀ? ਉਹਨੇ ਕਿਹਾ ਹਾਂ ਬੱਚੀ ਤੈਨੂੰ ਬੱਚੀ ਵਾਪਸ ਮਿਲ ਜਾਏਗੀ। ਰਾਣੇ ਅਸਲਮ ਨੇ ਪੈਸੇ ਲਏ ਹੈਗੇ ਉਹਨਾਂ ਕੋਲੋਂ, ਪੈਸੇ ਲੈ ਕੇ ਤੇ ਉਹਨੇ ਅਦਾਲਤ ਤੇ ਲੈ ਕੇ ਗਿਆ ਹੈਗਾ 70। ਮੈਨੂੰ ਉਹਨੇ ਫੋਨ ਕੀਤਾ 2 ਵਜੇ ਨਾਲ ਪਹਿਲੇ, ਮੈਨੂੰ ਕਹਿੰਦਾ ਬਾਜੀ ਵੀ 70 ਜਾਣਾ ਹੀ। ਸਾਨੂੰ ਕਿਸੇ ਰਕਮ ਦਾ ਨਹੀਂ ਪਤਾ ਵੀ ਉੱਥੇ ਕਾਹਦੇ ਵਾਸਤੇ ਜਾਣਾ ਕਾਹਦੇ ਵਾਸਤੇ ਨਹੀਂ। ਉੱਥੇ ਗਏ, ਉੱਥੇ ਜਾ ਕੇ ਉਹਨਾਂ ਨੇ ਮੁੰਡੇ ਵਾਲਿਆਂ ਨੇ ਵਕੀਲ ਕੀਤਾ ਹੈਗਾ, ਵਕੀਲ ਕਰਕੇ ਜੱਜ ਦੇ ਸਾਹਮਣੇ ਕੁੜੀ ਦੇ ਬਿਆਨ ਦਵਾਏ ਹੈਗੇ ਤੇ ਰਾਣੇ ਅਸਲਮ ਨੇ ਸਾਨੂੰ ਬੱਚੀ ਨੂੰ ਨਹੀਂ ਮਿਲਣ ਦਿੱਤਾ ਹੈਗਾ। ਹੁਣ ਬੱਚੀ ਤੁਹਾਨੂੰ ਪਤਾ ਨਹੀਂ ਹੈ ਕਿੱਧਰ ਹੈ? ਹਾਂ, ਬੱਚੀ ਤੁਹਾਡਾ ਮੁਤਾਲਬਾ ਕੀ ਹੈ ਬੱਚੀ ਨੂੰ? ਸਾਨੂੰ ਇਹੋ ਪਤਾ ਵੀ ਬੱਚੀ ਉਹਦੇ ਕੋਲ ਹੈਗੀ, ਜਾਜ਼ ਮੁੰਡੇ ਕੋਲ ਹੈਗੀ ਆ। ਤੇ ਵੀ ਕਦੋਂ ਮੁੰਡਾ ਵੀ ਉਹਨਾਂ ਨੇ ਵਾਪਸ ਦੇਤਾ, ਉਹਨਾਂ ਨੇ ਰਾਣੇ ਅਸਲਮ ਨੇ ਕੁੜੀ ਵਾਪਸ ਦੇਤੀ ਹੈਗੀ ਸਾਡੀ। ਉਹਨੇ ਕੋਈ ਗੱਲ ਨਹੀਂ ਸੁਣੀ ਹੈਗੀ। ਇਹ ਕਿਸ ਚੀਜ਼ ਦਾ ਕੋਈ ਪਤਾ ਨਹੀਂ ਹੈਗਾ ਵੀ ਨਿਕਾਹ ਹੋਇਆ ਜਾਂ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਅਸੀਂ ਕੱਲ ਹਫਤੇ ਇਤਵਾਰ ਵਾਲੇ ਦਿਨ ਅਸੀਂ ਗਏ ਥਾਣੇ ਆਰਿਫਜ਼ਾਰ ਰਾਣੇ ਅਸਲਮ ਨੂੰ ਕਿਹਾ ਵੀ ਉਹਨਾਂ ਨੇ ਨਿਕਾਹ ਕੀਤਾ, ਸਾਨੂੰ ਕਾਗਜ਼ ਦੇ ਵੀ ਤੇਰੇ ਕੋਲ ਸਬੂਤ ਨਹੀਂ ਹੈਗਾ, ਤੂੰ ਉਹਨਾਂ ਨੂੰ ਬੱਚੀ ਕੋ ਦਿੱਤੀ ਹੈਗੀ ਹੈ। ਉਹਨੇ ਮੁੰਡੇ ਦੇ ਪਿਓ ਨੂੰ ਪੱਪੂ ਨੂੰ ਫੋਨ ਕੀਤਾ, ਉਹਨੇ ਕਿਹਾ ਵੀ ਇਸ ਤਰ੍ਹਾਂ ਦਾ ਕਾਗਜ਼ ਲੈਣ ਆਏ ਤੇ ਉਹਨੇ ਕਿਹਾ ਮੈਂ ਮੁੰਡਾ ਘਰ ਆਉਂਦਾ ਆ ਤੇ ਮੈਂ ਤੇਰੇ ਨੰਬਰ ਤੇ ਵੀ WhatsApp ਕਰ ਦੇਣਾ ਹੈਗਾ ਤਸਵੀਰ।